जी आया नूं प्यारे विद्यार्थियों, 8वीं क्लास दी इंग्लिश दी किताब इंग्लिश ग्रामर एंड कंपोजिशन उसदा लेसन नंबर 7 एक्टिव एंड पैसिव वॉइस उसदी अगली 3 एक्सरसाइजेज 13th एंड 14th इस वीडियो विच करन जा रहे हाँ। सो तुसी नोटबुक ते पेन ले लो, आंसर्स नूं कॉपी डाउन कर लो, पर बाद चों इन्हां एक्सरसाइजेज नूं आप करन दा अभ्यास भी जरूर करो। सो जो एक्सप्लेनेशन दी जाएगी उन्होंने बड़े ध्यान दे नाल सुनो। आओ देखिए। ਅੱਗੇ ਵਧਣ ਤੋਂ ਪਹਿਲੇ ਦੱਸਦਾ ਕਿ ਇसी ਚੈਨਲ ਦੇ ਉੱਤੇ 8th ਕਲਾਸ ਦੀਆਂ 4 ਪਲੇਲਿਸਟ ਹੋ ਰਹੀਆਂ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ 8th ਇੰਗਲਿਸ਼, ਜਿਹਦੇ ਵਿੱਚ ਤੁਹਾਡੀ ਜੋ ਇੰਗਲਿਸ਼ ਦੀ ਕਿਤਾਬ ਹੈ ਮਾਈ ਇੰਗਲਿਸ਼ ਕੰਪੈਨੀਅਨ, ਉਹ ਸਾਰੀ ਕੀਤੀ ਗਈ ਹੈ। ਫਿਰ ਹੈਗੀ ਹੈ 8th ਸਾਇੰਸ, ਫਿਰ ਹੈਗੀ 8th ਮੈਥ ਤੇ 8th ਮੈਥ ਨੋਟਸ। ਸੋ ਮੈਥ ਔਰ ਸਾਇੰਸ ਦੀਆਂ ਲੋੜਾਂ ਵੀ ਤੁਹਾਡੀਆਂ ਇੱਥੋਂ ਹੀ ਪੂਰੀਆਂ ਹੋ ਜਾਣਗੀਆਂ। ਸੋ ਆਓ ਸ਼ੁਰੂ ਕਰੀਏ। ਹੁਣ ਬੱਚਿਓ, ਇਹ ਜਿਹੜੀ ਐਕਸਰਸਾਈਜ਼ 13th ਹੈ, ਇਹਦੇ ਵਿੱਚ ਐਕਟਿਵ ਔਰ ਪੈਸਿਵ ਵੌਇਸ ਦੇ ਕੋਈ ਸਪੈਸ਼ਲ ਕੇਸ ਨੇ। ਇਹਦੇ ਵਿੱਚ ਸਬਜੈਕਟ ਮੈਂਸ਼ਨ ਨਹੀਂ ਕੀਤਾ ਹੋਇਆ, ਇਹਨੂੰ ਅਸੀਂ ਕਹਿੰਦੇ ਹਾਂ ਸੈਂਟੈਂਸਿਸ ਵਿਦਆਊਟ ਸਬਜੈਕਟ। ਪਰ ਉਹ ਜਦੋਂ ਅਸੀਂ ਪੈਸਿਵ ਵੌਇਸ ਕਰਨਾ ਹੈ ਤੇ ਫਿਰ ਸਾਨੂੰ ਸਬਜੈਕਟ ਤੇ ਚਾਹੀਦਾ, ਤੇ ਅਸੀਂ ਸਬਜੈਕਟ ਫਿਰ ਆਪਣੇ ਵੱਲੋਂ ਲਗਾਵਾਂਗੇ ਕੰਟੈਕਸਟ ਦੇ ਹਿਸਾਬ ਨਾਲ, ਸੰਦਰਭ ਦੇ ਹਿਸਾਬ ਦੇ ਨਾਲ, ਸੋਚ ਕੇ, ਆਈਡੀਆ ਲਗਾ ਕੇ। ਠੀਕ ਹੈ, ਆਓ ਦੇਖੀਏ। ਜਿੱਦਾਂ ਕਹਿੰਦੇ ਅ ਮੀਟਿੰਗ ਇਜ਼ ਬੀਇੰਗ ਹੈਲਡ ਹੇਅਰ, ਅਰਥਾਤ ਇੱਥੇ ਇਕੱਤਰਤਾ ਕੀਤੀ ਜਾ ਰਹੀ ਹੈ। ਹੁਣ ਬੀਇੰਗ ਆ ਗਿਆ ਨਾ, ਤਾਂ ਇਹ ਪੈਸਿਵ ਵੌਇਸ ਹੈ ਤੇ ਅਸੀਂ ਪੈਸਿਵ ਵੌਇਸ ਤੋਂ ਹੁਣ ਐਕਟਿਵ ਵੌਇਸ ਕਰਨਾ ਹੈ। ਤੇ ਇਹ ਜ਼ਰੂਰ ਬੀਇੰਗ ਹੈਗਾ, ਤੇ ਇਹਦਾ ਮਤਲਬ ਇਹ ਪੱਕੀ ਗੱਲ ਹੈ ਕਿ ਇਹ ਹੈਲਡ ਹੈਗਾ, ਤੇ ਹੈਲਡ ਦੀ ਫਸਟ ਫਾਰਮ ਆਉਂਦੀ ਹੋਲਡ, ਤੇ ਹੋਲਡ ਤੋਂ ਬਣ ਜਾਏਗਾ ਹੋਲਡਿੰਗ। ਕਿਉਂਕਿ ਬੀਇੰਗ ਹੈਗਾ ਤਾਂ ਚੇਂਜ ਕਰਕੇ ਹੋਲਡ ਤੋਂ ਹੋਲਡਿੰਗ ਤੇ ਆਏਗਾ ਹੀ, ਤੇ ਕਿਉਂਕਿ ਇੱਥੇ ਇਜ਼ ਹੈਗਾ ਸੋ ਇਜ਼, ਐਮ ਜਾਂ ਆਰ ਆਏਗਾ। ਠੀਕ ਹੈ। ਹੁਣ ਕਹਿੰਦੇ ਅ ਮੀਟਿੰਗ ਇਜ਼ ਬੀਇੰਗ ਹੈਲਡ, ਇਕੱਤਰਤਾ ਕੀਤੀ ਜਾ ਰਹੀ ਹੈ। ਹੁਣ ਇਕੱਤਰਤਾ ਕੌਣ ਕਰ ਰਿਹਾ ਇਹ ਨਹੀਂ ਪਤਾ, ਸੋ ਅਸੀਂ ਜਿਹੜਾ ਸਬਜੈਕਟ ਹੈ ਆਪਣੇ ਵੱਲੋਂ ਅਸੀਂ ਸੋਚ ਕੇ ਲਗਾਵਾਂਗੇ। ਸੋ ਮੈਂ ਤੁਹਾਨੂੰ 3 ਉਦਾਹਰਨ ਦਿੱਤੇ ਨੇ, ਤੁਸੀਂ ਤਿੰਨਾਂ ਚੋਂ ਕੋਈ ਵੀ ਚੁਣ ਸਕਦੇ ਹੋ, ਜਾਂ ਜੇ ਤੁਹਾਡੇ ਦਿਮਾਗ 'ਚ ਕੋਈ ਹੋਰ ਆਵੇ ਤੁਸੀਂ ਉਹ ਵੀ ਚੁਣ ਸਕਦੇ ਹੋ। ਆ ਦੇਖੋ, ਮੈਂ ਚੁਣਿਆ ਪ੍ਰੋਨਾਊਨ ਦੇ, ਕਿਉਂਕਿ ਪਲੂਰਲ ਹੈ ਇਸ ਕਰਕੇ ਆਰ ਲੱਗੇਗਾ। ਸੋ ਦੇ ਆਰ ਹੋਲਡਿੰਗ ਆ ਮੀਟਿੰਗ ਹੇਅਰ। ਸੋ ਦੇ ਮੈਂ ਆਪਣੇ ਨੂੰ ਲਗਾਇਆ, ਤੇ ਜਾਂ ਮੈਂ ਵੀ ਕਹਿ ਸਕਦਾ ਦੀ ਮੈਂਬਰਸ ਆਰ ਹੋਲਡਿੰਗ ਆ ਮੀਟਿੰਗ ਹੇਅਰ। ਜਿਹੜੇ ਮੈਂਬਰ ਨੇ ਇੱਥੇ ਇਕੱਤਰਤਾ ਕਰ ਰਹੇ ਨੇ, ਇਹਦਾ ਮਤਲਬ ਹੈ ਉਹ ਇੱਥੇ ਇਕੱਤਰਤਾ ਕਰ ਰਹੇ ਨੇ। ਤੇ ਫਿਰ ਅਸੀਂ ਇਹ ਵੀ ਕਹਿ ਸਕਦੇ ਦੀ ਕਮੇਟੀ। ਹੁਣ ਕਮੇਟੀ ਕੀ ਹੈਗਾ? ਇਕੱਠਵਾਚਕ ਨਾਂਵ, ਅਰਥਾਤ ਕਲੈਕਟਿਵ ਨਾਊਨ ਹੈਗਾ, ਤੇ ਇੱਥੇ ਇਜ਼ ਵਰਤਾਂਗੇ। ਸੋ ਦੀ ਕਮੇਟੀ ਇਜ਼ ਹੋਲਡਿੰਗ ਆ ਮੀਟਿੰਗ ਹੇਅਰ, ਇੱਥੇ ਇਜ਼ ਆ ਗਿਆ, ਇੱਥੇ ਆਰ ਤੇ ਇੱਥੇ ਆਰ ਆ ਗਿਆ। ਸੋ ਦੇ, ਦੀ ਮੈਂਬਰਸ ਤੇ ਦੀ ਕਮੇਟੀ ਅਸੀਂ ਆਪਣੇ ਵੱਲੋਂ ਸਬਜੈਕਟ ਜੋੜੇ ਨੇ। ਠੀਕ ਹੈ। ਆਓ ਦੇਖਿਓ ਹੁਣ, ਦੀ ਚਾਈਲਡ ਹੈਜ਼ ਬੀਨ ਨੇਮਡ ਟੀਨਾ, ਅਰਥਾਤ ਬੱਚੇ ਦਾ ਨਾਂ ਟੀਨਾ ਰੱਖਿਆ ਗਿਆ ਹੈ। ਹੁਣ ਬੀਨ ਹੈਗਾ, ਬੀਨ ਯੂਜ਼ ਹੋਇਆ, ਇਹਦਾ ਕਿ ਦਿਸ ਇਜ਼ ਪੈਸਿਵ ਵੌਇਸ, ਅਸੀਂ ਇਹਨੂੰ ਐਕਟਿਵ ਵੌਇਸ ਵਿੱਚ ਕਨਵਰਟ ਕਰਨਾ ਹੈ। ਤੇ ਦੂਜੀ ਗੱਲ ਇੱਕ ਹੈਜ਼ ਹੈਗਾ, ਇਧਰੋਂ ਪਤਾ ਲੱਗਦਾ ਕਿ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਹੈਗਾ। ਠੀਕ ਹੈ। ਸੋ ਹੈਜ਼ ਉੱਦਾਂ ਹੀ ਰਹੇਗਾ, ਪਰ ਬੀਨ ਜਿਹੜਾ ਹੈ ਉਹ ਉੜ ਜਾਏਗਾ। ਸਾਨੂੰ ਇਹ ਨਹੀਂ ਪਤਾ ਨਾਂ ਕਿਹਨੇ ਦਿੱਤਾ ਹੈ। ਸੋ ਨਾਂ ਜ਼ਿਆਦਾਤਰ ਕੌਣ ਦਿੰਦਾ ਹੈ? ਰਿਸ਼ਤੇਦਾਰ ਦਿੰਦੇ ਨੇ ਤੇ ਜਾਂ ਮਾਪੇ ਦਿੰਦੇ ਨੇ। ਸੋ ਅਸੀਂ ਦੋਨਾਂ ਦਾ ਉਦਾਹਰਨ ਲੈ ਲੈਂਦੇ ਹਾਂ। ਦੀ ਪੇਰੈਂਟਸ ਹੈਵ, ਕਿਉਂਕਿ ਪੇਰੈਂਟਸ ਪਲੂਰਲ ਹੈਗਾ ਸੋ ਹੈਵ ਆਏਗਾ। ਦੀ ਪੇਰੈਂਟਸ ਹੈਵ ਨੇਮਡ ਦੀ ਚਾਈਲਡ ਟੀਨਾ, ਇੱਦਾਂ ਬਣ ਜਾਏਗਾ। ਤੇ ਜਾਂ ਅਸੀਂ ਪਲੂਰਲ ਹੈਗਾ, ਕੋਈ ਰਿਸ਼ਤੇਦਾਰ ਨੇ, ਉਹਨਾਂ ਦੇ ਜਾਣਕਾਰ ਨੇ, ਤੇ ਅਸੀਂ ਕਹਿ ਸਕਦੇ ਹਾਂ ਦੇ ਹੈਵ ਨੇਮਡ ਦੀ ਚਾਈਲਡ ਟੀਨਾ, ਉਹਨਾਂ ਨੇ ਬੱਚੇ ਦਾ ਨਾਂ ਟੀਨਾ ਰੱਖਿਆ ਹੈ। ਠੀਕ ਹੈ, ਅੱਗੇ ਚਲੀਏ। ਹੁਣ ਦੇਖੋ ਆ ਗਿਆ ਦੀ ਸਿਟੀ ਵਾਜ਼ ਡਿਸਟਰੋਇਡ। ਹੁਣ ਵਾਜ਼ ਡਿਸਟਰੋਇਡ, ਇਹਦਾ ਮਤਲਬ ਕੀ ਹੈ? ਇਟ ਇਜ਼ ਅ ਪੈਸਿਵ ਟੈਂਸ, ਇਜ਼ ਅ ਪੈਸਿਵ ਵੌਇਸ। ਠੀਕ ਹੈ। ਤੇ ਦੂਜੀ ਗੱਲ ਹੈ ਕਿ ਇਹ ਵਾਜ਼ ਹੈਗਾ, ਤੇ ਇਸ ਕਰਕੇ ਇਹਦਾ ਮਤਲਬ ਇਹ ਵੀ ਲੱਗਦਾ, ਇਧਰੋਂ ਇਹ ਵੀ ਪਤਾ ਲੱਗਦਾ ਕਿ ਪਾਸਟ ਟੈਂਸ ਹੋਏਗਾ। ਸੋ ਪਾਸਟ ਟੈਂਸ ਦਾ ਮਤਲਬ ਹੈ ਕਿ ਇਹ ਜਿਹੜੀ ਇਹ ਟਰਮ ਹੈ, ਜਿਹੜੀ ਹੈਗੀ ਵਰਬ ਹੈਗੀ ਹੈ, ਇਹਦੀ ਸੈਕਿੰਡ ਫਾਰਮ ਯੂਜ਼ ਹੋਏਗੀ। ਪਰ ਸਾਨੂੰ ਪਤਾ ਹੈ ਕਿ ਡਿਸਟਰੋਏ ਦੀ ਸੈਕਿੰਡ ਫਾਰਮ ਤੇ ਥਰਡ ਫਾਰਮ ਸੇਮ ਹੀ ਹੁੰਦੀ ਹੈ, ਡਿਸਟਰੋਏ, ਡਿਸਟਰੋਇਡ, ਡਿਸਟਰੋਇਡ। ਠੀਕ ਹੈ। ਹੁਣ ਦੀ ਸਿਟੀ ਵਾਜ਼ ਡਿਸਟਰੋਇਡ, ਸ਼ਹਿਰ ਤਬਾਹ ਕਰ ਦਿੱਤਾ ਗਿਆ। ਹੁਣ ਕਿਹਨੇ ਤਬਾਹ ਕੀਤਾ? ਇਹਦੇ ਬਾਰੇ ਸਾਨੂੰ ਨਹੀਂ ਪਤਾ, ਪਰ ਇਹਦੇ ਬਾਰੇ ਅਸੀਂ ਸਬਜੈਕਟ ਆਪਣੇ ਵੱਲੋਂ ਜੋੜ ਸਕਦੇ ਹਾਂ। ਜਿਵੇਂ ਦੀ ਵਾਰ ਡਿਸਟਰੋਇਡ ਦਾ ਸਿਟੀ, ਜੰਗ ਨੇ ਜਾਂ ਯੁੱਧ ਨੇ ਸ਼ਹਿਰ ਤਬਾਹ ਕਰ ਦਿੱਤਾ। ਇੱਕ ਤੇ ਅਸੀਂ ਇਹ ਲਿਖ ਸਕਦੇ ਹਾਂ ਦੀ ਅਰਥਕੁਏਕ ਡਿਸਟਰੋਇਡ ਦਾ ਸਿਟੀ, ਅਸੀਂ ਇਹ ਵੀ ਲਿਖ ਸਕਦੇ ਹਾਂ, ਅਰਥਾਤ ਭੂਚਾਲ ਨੇ ਸ਼ਹਿਰ ਤਬਾਹ ਕਰ ਦਿੱਤਾ। ਦੀ ਸੁਨਾਮੀ, ਟੀ ਸਾਇਲੈਂਟ ਹੈਗਾ, ਦੀ ਸੁਨਾਮੀ ਡਿਸਟਰੋਇਡ ਦਾ ਸਿਟੀ। ਮੰਨ ਲਓ ਉਹ ਸ਼ਹਿਰ ਸਮੁੰਦਰ ਕੰਢੇ ਵਸਿਆ ਸੀਗਾ ਤੇ ਸੁਨਾਮੀ ਆਈ ਤੇ ਉਹਨੇ ਤਬਾਹ ਕਰਤਾ, ਸੋ ਅਸੀਂ ਸੁਨਾਮੀ ਵੀ ਲਿਖ ਸਕਦੇ ਹਾਂ। ਦੀ ਇਨਵੇਡਰਸ, ਇਨਵੇਡਰ ਹੁੰਦਾ ਹੈ ਘੁਸਪੈਠੀਆ,
ਧਾੜਵੀ। ਸੋ ਦੀ ਇਨਵੇਡਰਸ ਡਿਸਟਰੋਇਡ ਦ ਸਿਟੀ, ਬਾਹਰੋਂ ਵਿਦੇਸ਼ ਤੋਂ ਧਾੜਵੀ ਆਏ, ਉਹਨਾਂ ਨੇ ਸ਼ਹਿਰ ਤਬਾਹ ਕਰ ਦਿੱਤਾ। ਸੋ ਅਸੀਂ ਦੀ ਵਾਰ, ਦੀ ਅਰਥਕੁਏਕ, ਦੀ ਸੁਨਾਮੀ, ਦੀ ਇਨਵੇਡਰਸ ਅਸੀਂ ਇਸ ਤਰ੍ਹਾਂ ਆਪਣੇ ਨੂੰ ਸਬਜੈਕਟ ਕੰਟੈਕਸਟ ਦੇ ਹਿਸਾਬ ਦੇ ਨਾਲ ਅਸੀਂ ਲਿਖ ਸਕਦੇ ਹਾਂ। ਹੁਣ ਦੇਖੋ ਦੀ ਮਰਡਰਰ, ਮਰਡਰਰ ਹੁੰਦਾ ਕਾਤਿਲ, ਖੂਨੀ। ਹੈਜ਼ ਬੀਨ sentenced ਟੂ ਡੈਥ, ਬੀਨ ਹੈਗਾ ਤੇ ਪੈਸਿਵ ਵੌਇਸ ਹੈਗੀ ਹੈ, ਹੈਜ਼ ਹੈਗਾ ਇਹਦਾ ਮਤਲਬ ਕੀ ਹੈ ਪ੍ਰੈਜ਼ੈਂਟ ਟੈਂਸ ਹੈਗਾ, ਤੇ ਪ੍ਰੈਜ਼ੈਂਟ ਪਰਫੈਕਟ ਹੈਗਾ ਕਿਉਂਕਿ ਹੈਜ਼ ਹੈਗਾ, ਠੀਕ ਹੈ। ਸੋ ਹੁਣ ਜੇ ਅਸੀਂ ਐਕਟਿਵ ਵੌਇਸ ਕਰਾਂਗੇ ਤੇ ਬੀਨ ਉੜ ਜਾਏਗਾ, ਤੇ ਹੈਜ਼ ਰਹੇਗਾ ਜਾਂ ਹੈਵ ਰਹੇਗਾ, ਤੇ ਜਾਂ ਉਹਦੇ ਨਾਲ ਸੈਂਟੈਂਸ ਥਰਡ ਫਾਰਮ ਤੇ ਰਹੇਗੀ, ਠੀਕ ਹੈ। ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨੂੰ ਸੈਂਟੈਂਸ ਜਿਹੜੀ ਮੌਤ ਦੀ ਸਜ਼ਾ ਕਿਹਨੇ ਦਿੱਤੀ ਹੈ। ਪਰ ਬੱਚੋ ਸਾਨੂੰ ਸਭ ਨੂੰ ਪਤਾ ਹੈ ਕਿ ਮੌਤ ਦੀ ਸਜ਼ਾ ਕੌਣ ਸੁਣਾਉਂਦਾ ਹੈ, ਜੱਜ ਸੁਣਾਉਂਦਾ ਹੈ, ਹਨਾ। ਸੋ ਅਸੀਂ ਲਿਖ ਦਿੱਤਾ ਦੀ ਜੱਜ ਹੈਜ਼ sentenced ਦੀ ਮਰਡਰਰ ਟੂ ਡੈਥ, ਅਰਥਾਤ ਜੱਜ ਨੇ ਖੂਨੀ ਲਈ ਮੌਤ ਦੀ ਸਜ਼ਾ ਸੁਣਾਈ ਹੈ, ਠੀਕ ਹੈ। he will have been marked absent, ਉਹਨੂੰ ਗੈਰ ਹਾਜ਼ਰ ਮਾਰਕ ਕਰ ਦਿੱਤਾ ਗਿਆ ਹੋਣਾ ਹੈ। ਹੁਣ ਦੇਖੋ ਬੀਨ ਹੈਗਾ ਇਹਦਾ ਨਾਲ ਪੈਸਿਵ ਵੌਇਸ ਹੈਗੀ ਹੈ, ਹੈਵ ਹੈਗਾ ਇਹਦਾ ਨਾਲ ਪ੍ਰੈਜ਼ੈਂਟ ਪਰਫੈਕਟ ਹੈਗਾ, ਇਹਦਾ ਮਤਲਬ ਕਿ ਐਕਟਿਵ ਵੌਇਸ ਵਿੱਚ ਹੈਜ਼ ਜਾਂ ਹੈਵ ਆਏਗਾ, ਪਰ ਬੀਨ ਜਿਹੜਾ ਹੈ ਉੜ ਜਾਏਗਾ। ਪਰ ਸਾਨੂੰ ਇਹ ਨਹੀਂ ਪਤਾ ਕਿ ਮਾਰਕਿੰਗ ਐਬਸੈਂਟ ਕਿਹਨੇ ਕੀਤੀ ਹੈ, ਪਰ ਮਾਰਕਿੰਗ ਐਬਸੈਂਟ ਕੌਣ ਕਰਦਾ ਹੈ ਬੱਚੇ, ਐਬਸੈਂਟ ਮਾਰਕਿੰਗ ਕੌਣ ਕਰਦਾ ਹੈ, ਟੀਚਰ ਹੀ ਕਰਦਾ ਹੈ। ਸੋ ਅਸੀਂ ਕਰ ਦਾਂਗੇ ਟੀਚਰ, ਦੀ ਟੀਚਰ will have marked him absent, ठीक है, इस तरह करना है। ਅੱਗੇ ਚਲੀਏ, they have been informed, ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਸੂਚਿਤ ਕਿਹਨੇ ਕੀਤਾ ਹੈ ਇਹ ਨਹੀਂ ਪਤਾ, ਇਹ ਅਸੀਂ ਆਪਣੇ ਨੂੰ ਯੂਜ਼ ਕਰਾਂਗੇ। ਸੋ they have been, ਹੁਣ ਦੇਖੋ ਬੀਨ ਹੈਗਾ ਯਾਨੀ ਕਿ ਪੈਸਿਵ ਵੌਇਸ ਹੈ, ਸੋ ਜਿਹੜੇ ਐਕਟਿਵ ਵੌਇਸ ਕਰਾਂਗੇ ਬੀਨ ਉੜ ਜਾਏਗਾ, ਤੇ ਹੈਵ ਰਹੇਗਾ ਜਾਂ ਹੈਜ਼ ਰਹੇਗਾ ਡਿਪੈਂਡਿੰਗ ਔਨ ਦੀ ਸਿੰਗੂਲਰ ਨਾउन ਹੈਗਾ ਜਾਂ ਪਲੂਰਲ ਨਾउन ਹੈਗਾ, ਠੀਕ ਹੈ। ਅਗਰ ਦੇ ਹੈਵ ਬੀਨ ਇਨਫੋਰਮਡ, ਸੋ ਇਹ ਬਣ ਜਾਏਗਾ ਦੀ ਆਫਿਸ ਹੈਜ਼ ਇਨਫੋਰਮਡ them, ਸੋ ਦੀ ਆਫਿਸ ਜਿਹੜਾ ਸਬਜੈਕਟ ਹੈ ਅਸੀਂ ਆਪਣੇ ਕੋਲ ਜੋੜਿਆ, ਦੀ ਆਫਿਸ ਹੈਜ਼ ਇਨਫੋਰਮਡ them, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਦੀ ਬੌਸ ਹੈ, ਮਤਲਬ ਬੌਸ ਹੈਜ਼ ਇਨਫੋਰਮਡ them, ਠੀਕ ਹੈ। ਰਾਮ ਹੈਜ਼ ਇਨਫੋਰਮਡ them, ਸ਼ਾਮ ਹੈਜ਼ ਇਨਫੋਰਮਡ them, ਹੀ ਹੈਜ਼ ਇਨਫੋਰਮਡ them, ਇਹ ਤਾਂ ਕੁਛ ਵੀ ਆ ਸਕਦਾ ਹੈ, ਪਰ ਆਮ ਤੌਰ ਤੇ ਇਹ ਜਾਣਕਾਰੀਆਂ ਦਫ਼ਤਰ ਤੋਂ ਆਉਂਦੀਆਂ, ਦੀ ਆਫਿਸ ਹੈਜ਼ ਇਨਫੋਰਮਡ them, ਦੀ ਡਿਪਾਰਟਮੈਂਟ ਹੈਜ਼ ਇਨਫੋਰਮਡ them, ਠੀਕ ਹੈ। ਇਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ। ਅੱਗੇ ਚਲੀਏ, ਮਾਈ ਨੋਟਬੁੱਕ ਹੈਜ਼ ਬੀਨ ਚੈੱਕਡ, ਹੈਜ਼ ਦਾ ਮਤਲਬ ਕੀ ਹੈ ਪ੍ਰੈਜ਼ੈਂਟ ਪਰਫੈਕਟ ਟੈਂਸ, ਠੀਕ ਹੈ। ਬੀਨ ਦਾ ਮਤਲਬ ਕੀ ਹੈ ਪੈਸਿਵ ਵੌਇਸ, ਅਸੀਂ ਪੈਸਿਵ ਵੌਇਸ ਤੋਂ ਐਕਟਿਵ ਵੌਇਸ ਕਰਾਂਗੇ ਜਿਹਦੇ ਵਿੱਚ ਬੀਨ ਉੜ ਜਾਏਗਾ, ਪਰ ਹੈਜ਼ ਜਾਂ ਹੈਵ ਕਾਇਮ ਰਹੇਗਾ। ਹੁਣ ਮਾਈ ਨੋਟਬੁੱਕ ਹੈਜ਼ ਬੀਨ ਚੈੱਕਡ, ਮੇਰੀ ਨੋਟਬੁੱਕ ਚੈੱਕ ਕਰ ਦਿੱਤੀ ਗਈ ਹੈ, ਪਰ ਨੋਟਬੁੱਕ ਚੈੱਕ ਕੌਣ ਕਰਦਾ ਹੈ, ਟੀਚਰ ਚੈੱਕ ਕਰਦਾ ਹੈ। ਸੋ ਅਸੀਂ ਟੀਚਰ ਆਪਣੇ ਵੱਲੋਂ ਸਬਜੈਕਟ ਲਗਾ ਲਿਆ, ਦੀ ਟੀਚਰ ਹੈਜ਼ ਚੈੱਕਡ ਮਾਈ ਨੋਟਬੁੱਕ, ਠੀਕ ਹੈ। ਅੱਗੇ ਚਲੀਏ, ਪ੍ਰੋਮਿਸਿਸ ਵਿਲ ਆਲਵੇਜ਼ ਬੀ ਕੈਪਟ, ਅਰਥਾਤ ਵਾਅਦੇ ਹਮੇਸ਼ਾ ਨਿਭਾਏ ਜਾਣਗੇ, ਠੀਕ ਹੈ। ਕਿਹਦੇ ਵਾਅਦੇ ਨਿਭਾਏ ਜਾਣਗੇ, ਵਾਅਦੇ ਕੌਣ ਨਿਭਾਏਗਾ ਇਹਦੇ ਬਾਰੇ ਜਾਣਕਾਰੀ ਨਹੀਂ। ਸੋ ਅਸੀਂ ਕਿੱਦਾਂ ਲਿਖਾਂਗੇ, ਇਹ ਦੇਖੋ ਪਹਿਲੀ ਗੱਲ ਤੇ ਕਿ ਵਿਲ ਔਰ ਬੀ ਹੈਗਾ, ਬੀ ਆ ਗਿਆ ਤਾਂ ਪੈਸਿਵ ਵੌਇਸ ਹੈਗੀ ਹੈ, ਐਕਟਿਵ ਵੌਇਸ ਵਿੱਚ ਬੀ ਉੜ ਜਾਏਗਾ, ਜਿਹੜੇ ਬੀ ਉੜ ਜਾਏਗਾ ਤੇ ਵਿਲ ਦੇ ਨਾਲ ਵਰਬ ਦੀ ਸੈਕਿੰਡ ਵਰਬ ਦੀ ਫਸਟ ਫਾਰਮ ਆਏਗੀ, ਠੀਕ ਹੈ। ਵੀ ਵਿਲ ਆਲਵੇਜ਼ ਕੀਪ ਪ੍ਰੋਮਿਸਿਸ, ਅਸੀਂ ਹਮੇਸ਼ਾ ਵਾਅਦੇ ਨਿਭਾਵਾਂਗੇ, ਇੱਦਾਂ ਆ ਗਿਆ ਨਾ। ਹੁਣ ਅਸੀਂ ਜਿਹੜਾ ਹੈ ਵੀ ਇਹ ਸਬਜੈਕਟ ਬਣ ਗਿਆ, ਠੀਕ ਹੈ। ਸੋ ਇਸ ਤਰ੍ਹਾਂ ਬੱਚਿਓ ਇਹ ਵੀ ਜਿਹੜੇ ਸੈਂਟੈਂਸਿਸ ਨੇ ਇਹਨਾਂ ਦੀ ਬੜੀ ਚੰਗੀ ਤਰ੍ਹਾਂ ਤੁਸੀਂ ਪ੍ਰੈਕਟਿਸ ਕਰ ਲਓ। ਜੇ ਤੁਸੀਂ ਇਹ 10 ਸੈਂਟੈਂਸਿਸ ਦਾ ਕਰ ਲਓਗੇ ਤੇ ਤੁਹਾਡਾ ਜਿਹੜਾ ਇਹਦੇ ਬਾਰੇ ਵੀ ਜਾਣਕਾਰੀ ਪੱਕੀ ਹੋ ਜਾਏਗੀ। ਫਿਰ ਦੇਖੋ ਮਿਸਟੇਕਸ ਵਰ ਮੇਡ, ਹੁਣ ਵਰ ਮੇਡ ਵਰ ਤੋਂ ਪਤਾ ਲੱਗ ਗਿਆ ਕਿ ਪਾਸਟ ਟੈਂਸ ਹੈਗਾ, ਇਹਦਾ ਮਤਲਬ ਕਿ ਸੈਕਿੰਡ ਫਾਰਮ ਯੂਜ਼ ਹੋਏਗੀ ਵਰਬ ਦੀ, ਪਰ ਸਾਨੂੰ ਪਤਾ ਕਿ ਮੇਡ ਜਿਹੜੀ ਥਰਡ ਫਾਰਮ ਵੀ ਮੇਡ ਹੁੰਦੀ ਹੈ, ਸੈਕਿੰਡ ਫਾਰਮ ਵੀ ਮੇਡ ਹੁੰਦੀ ਹੈ, ਤੇ ਫਸਟ ਫਾਰਮ ਤੇ ਮੇਕ ਹੁੰਦੀ ਹੈ, ਪਰ ਕਿਉਂਕਿ ਅਸੀਂ ਪਾਸਟ ਟੈਂਸ ਯੂਜ਼ ਕਰਨਾ ਇਸ ਕਰਕੇ ਮੇਡ ਹੀ ਰਹੇਗਾ। ਪਰ ਇੱਥੇ ਕੀ ਹੈਗਾ, ਇੱਥੇ ਅਗੇਨ ਮਿਸਟੇਕਸ ਵਰ ਮੇਡ, ਅਰਥਾਤ ਗਲਤੀਆਂ ਕੀਤੀਆਂ ਗਈਆਂ, ਪਰ ਕਿਹਦੇ ਦੁਆਰਾ ਕੀਤੀਆਂ ਗਈਆਂ ਇਹਦਾ ਨਹੀਂ ਪਤਾ, ਉਹ ਅਸੀਂ ਫਿਰ ਆਪਣੇ ਵੱਲੋਂ ਜੋੜਾਂਗੇ, ਠੀਕ ਹੈ। ਜਿੱਥੇ ਆਬਵੀਅਸ ਹੋਵੇ ਥੋੜਾ ਦਿਮਾਗ ਲੜਾਉਣਾ ਆਪਾਂ। ਦੇਖੋ ਦੀ ਡਿਪਾਰਟਮੈਂਟ ਮੇਡ ਮਿਸਟੇਕਸ, ਅਰਥਾਤ ਅਦਾਰੇ ਨੇ, ਡਿਪਾਰਟਮੈਂਟ ਨੇ ਗਲਤੀਆਂ ਕੀਤੀਆਂ। ਦੀ ਆਫਿਸ ਮੇਡ ਮਿਸਟੇਕਸ, ਦਫ਼ਤਰ ਨੇ ਗਲਤੀਆਂ ਕੀਤੀਆਂ। ਦੀ ਪੁਲਿਸ ਮੇਡ ਮਿਸਟੇਕਸ, ਪੁਲਿਸ ਨੇ ਗ੍ਰਿਫਤਾਰੀ ਕਰਨ ਲੱਗੇ, ਤਫਤੀਸ਼ ਕਰਨ ਲੱਗੇ, ਪੜਚੋਲ ਕਰਨ ਲੱਗੇ, ਇਨਵੈਸਟੀਗੇਸ਼ਨ ਕਰਨ ਲੱਗੇ, ਪੁੱਛ ਪੜਤਾਲ ਕਰਨ ਲੱਗੇ, ਗਲਤੀਆਂ ਕੀਤੀਆਂ। ਸੋ ਸਿੱਧਾ ਲਿਖ ਸਕਦੇ ਹਾਂ ਦੀ ਪੁਲਿਸ ਮੇਡ ਮਿਸਟੇਕਸ, ਠੀਕ ਹੈ। ਅੱਗੇ ਚਲੀਏ,
मैनी पीपल वर थ्रोन आउट ऑफ जॉब्स। वर, थ्रोन, इधरों पता लग गया कि पैसिव वॉइस है, ਤੇ ਵਰ ਦਾ ਮਤਲਬ ਹੈ ਪਾਸਟ ਟੈਂਸ ਹੈ। ਸੋ ਥਰੋਨ ਥਰਡ ਫਾਰਮ ਹੈ, ਪੈਸਿਵ ਵੌਇਸ ਵੀ ਥਰਡ ਫਾਰਮ ਹੁੰਦੀ ਹੈ, ਪਰ ਵਰ ਕਰਕੇ ਇਹ ਪਾਸਟ ਟੈਂਸ ਹੈ ਤੇ ਅਸੀਂ ਸੈਕਿੰਡ ਫਾਰਮ ਯੂਜ਼ ਕਰਨੀ ਹੈ। ਤੇ ਥਰੋਨ ਥਰਡ ਫਾਰਮ ਹੈ ਤੇ ਸੈਕਿੰਡ ਫਾਰਮ ਕੀ ਹੁੰਦੀ ਹੈ? ਮੂਲ ਸ਼ਬਦ ਹੈ ਥਰੋ ਤੇ ਸੈਕਿੰਡ ਫਾਰਮ ਹੁੰਦੀ ਥਰੂ। ਥਰੋ, ਥਰੂ, ਥਰੋਨ। ਸੋ ਅਸੀਂ ਯੂਜ਼ ਕਰਾਂਗੇ ਥਰੋ, ਸੌਰੀ ਅਸੀਂ ਯੂਜ਼ ਕਰਾਂਗੇ ਥਰੂ ਸੈਕਿੰਡ ਫਾਰਮ। ਠੀਕ ਹੈ। ਹੁਣ ਮੈਨੀ ਪੀਪਲ ਵਰ ਥਰੋਨ ਆਊਟ ਆਫ ਜੌਬਸ, ਅਰਥਾਤ ਬਹੁਤ ਸਾਰੇ ਲੋਕ ਨੌਕਰੀਆਂ ਚੋਂ ਪੱਟੇ ਗਏ, ਅਰਥਾਤ ਬਹੁਤ ਸਾਰੇ ਲੋਕੀ ਆਪਣੀ ਨੌਕਰੀਆਂ ਗਵਾ ਬੈਠੇ। ਹੁਣ ਉਹ ਕਿਹਦੇ ਕਰਕੇ ਗਵਾ ਬੈਠੇ ਉਹਦਾ ਨਹੀਂ ਪਤਾ, ਉਹ ਅਸੀਂ ਆਪਣਾ ਦਿਮਾਗ ਯੂਜ਼ ਕਰਕੇ ਕੰਟੈਕਸਟ ਦੇ ਹਿਸਾਬ ਨਾਲ ਵੀ ਨੌਕਰੀਆਂ ਕਿਹਦੇ ਕਿਹਦੇ ਕਰਕੇ ਜਾਂਦੀਆਂ। ਸੋ ਮੈਂ ਤੁਹਾਨੂੰ 4 ਉਦਾਹਰਨ ਦਿੱਤੇ ਨੇ, ਤੁਸੀਂ ਇਹਨਾਂ ਚੋਂ ਕੋਈ ਵੀ ਚੂਜ਼ ਕਰ ਸਕਦੇ ਹੋ। ਦੀ ਰਿਸੈਸ਼ਨ, ਹੁਣ ਰਿਸੈਸ਼ਨ ਇੱਕ ਨਵਾਂ ਸ਼ਬਦ ਹੈ ਬੱਚੋ। ਰਿਸੈਸ਼ਨ ਕੀ ਹੁੰਦਾ ਹੈ? ਰਿਸੈਸ਼ਨ ਹੁੰਦਾ ਹੈ ਆਰਥਿਕ ਮੰਦੀ, ਜਦੋਂ ਕੰਮ ਧੰਦੇ ਬੰਦ ਹੋ ਜਾਣ। ਠੀਕ ਹੈ, ਕੰਮ ਧੰਦਾ ਨਾ ਰਵੇ, ਕੋਈ ਇਹੋ ਜਿਹਾ ਉਤਾਰ ਚੜਾਵ ਆਉਂਦੇ ਨੇ ਸੰਸਾਰ ਦੇ ਵਿੱਚ, ਦੇਸ਼ਾਂ ਦੇ ਵਿੱਚ, ਜਦੋਂ ਕਹਿੰਦੇ ਕੰਮ ਬਿਲਕੁਲ ਠੱਪ ਹੋ ਜਾਏ ਤੇ ਫਿਰ ਕੀ ਹੁੰਦਾ? ਕੰਪਨੀਆਂ ਨੌਕਰੀ ਚੋਂ ਬੰਦੇ ਕੱਢ ਦਿੰਦੀਆਂ ਤੇ ਅਸੀਂ ਕਹਿੰਦੇ ਦੀ ਰਿਸੈਸ਼ਨ ਥਰੂ ਮੈਨੀ ਪੀਪਲ ਆਊਟ ਆਫ ਜੌਬਸ, ਅਰਥਾਤ ਆਰਥਿਕ ਮੰਦੀ ਨੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਚੋਂ ਪੱਟ ਦਿੱਤਾ। ਇਨਫਲੇਸ਼ਨ, ਇਨਫਲੇਸ਼ਨ ਹੁੰਦੀ ਮਹਿੰਗਾਈ। ਜਦੋਂ ਮਹਿੰਗਾਈ ਹੋ ਜਾਂਦੀ ਛੋਟੀ ਮੋਟੀ ਕੰਪਨੀਆਂ ਦੇ ਖਰਚੇ ਵੱਧ ਜਾਂਦੇ ਨੇ ਤੇ ਤਾਂ ਵੀ ਉਹਨਾਂ ਨੂੰ ਲੱਗਦਾ ਵੀ ਤਨਖਾਹਾਂ ਦਾ ਸਾਡਾ ਖਰਚਾ ਅਸੀਂ ਬਚਾ ਸਕਦੇ ਹਾਂ। ਤੇ ਦੀ ਇਨਫਲੇਸ਼ਨ, ਮਹਿੰਗਾਈ, ਥਰੂ ਮੈਨੀ ਪੀਪਲ ਆਊਟ ਆਫ ਜੌਬਸ, ਮਹਿੰਗਾਈ ਨੇ ਬੜੇ ਲੋਕਾਂ ਨੂੰ ਮਹਿੰਗਾਈ ਆਪਣੀ ਨੌਕਰੀਆਂ ਚੋਂ ਪੱਟ ਦਿੱਤਾ। ਫਿਰ ਦੀ ਸਲੋ ਡਾਊਨ, ਰਿਸੈਸ਼ਨ ਹੁੰਦੀ ਜ਼ਿਆਦਾ ਬੁਰੀ ਹਾਲਤ। ਸਲੋ ਡਾਊਨ ਕੀ ਹੁੰਦਾ ਕਿ ਕੰਮ ਧੰਦਾ ਤੇ ਚੱਲ ਰਿਹਾ ਹੈ ਪਰ ਕੰਮ ਧੰਦਾ ਢਿੱਲਾ ਹੋ ਗਿਆ, ਮੱਠਾ ਹੋ ਗਿਆ, ਮੱਧਮ ਪੈ ਗਿਆ, ਮੰਦਾ ਹੋ ਗਿਆ। ਤੇ ਦੀ ਸਲੋ ਡਾਊਨ ਥਰੂ ਮੈਨੀ ਪੀਪਲ ਆਊਟ ਆਫ ਜੌਬਸ, ਅਰਥਾਤ ਕੰਮ ਧੰਦੇ ਦੀ ਢਿੱਲ ਨੇ ਬੜੇ ਲੋਕਾਂ ਨੂੰ ਨੌਕਰੀ ਚੋਂ ਪੱਟ ਦਿੱਤਾ। ਫਿਰ ਅਸੀਂ ਇੱਕ ਹੋਰ ਦੇਖਿਆ ਪਿਛਲੇ ਕੁਝ ਚਿਰਾਂ 'ਚ, ਕੋਵਿਡ-19, ਅਰਥਾਤ ਕੋਰੋਨਾ ਵਾਇਰਸ ਡਿਜ਼ੀਜ਼ 2019 ਵਿੱਚ ਜਿਹੜਾ ਵਾਇਰਸ ਆਇਆ, ਸੋ ਉਹਦਾ ਨਾਮ ਹੈ ਕੋਵਿਡ-19, ਬਿਮਾਰੀ ਦਾ ਨਾਮ ਹੈ। ਦੀ ਕੋਵਿਡ-19 ਥਰੂ ਮੈਨੀ ਪੀਪਲ ਆਊਟ ਆਫ ਜੌਬਸ, ਅਰਥਾਤ ਕੋਵਿਡ-19 ਦੀ ਬਿਮਾਰੀ ਨੇ ਬੜੇ ਲੋਕਾਂ ਨੂੰ ਨੌਕਰੀਆਂ ਚੋਂ ਪੱਟ ਦਿੱਤਾ। ਸੋ ਇਹ ਬੱਚਿਓ ਇਸ ਤਰ੍ਹਾਂ ਜਿਹੜੇ ਨੇ, ਜਿੱਥੇ ਸਬਜੈਕਟ ਨਹੀਂ ਹੈਗਾ ਉੱਥੇ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਥੋੜਾ ਦਿਮਾਗ ਵਰਤਣਾ ਚਾਹੀਦਾ ਹੈ। ਇਹ ਬੜੀ ਵਧੀਆ ਐਕਸਰਸਾਈਜ਼ ਹੈ, ਤੁਸੀਂ ਇਹਦਾ ਅਭਿਆਸ ਜ਼ਰੂਰ ਕਰਿਓ। ਇਹਨਾਂ ਤੁਹਾਡੀ ਜਨਰਲ ਨੌਲੇਜ ਵੀ ਵਧੇਗੀ ਤੇ ਤੁਹਾਡਾ ਦਿਮਾਗ ਦੀ ਜਿਹੜੀ ਵਰਤੋਂ ਹੈ ਕਿੱਦਾਂ ਕਰਨੀ ਹੈ, ਕਿੱਦਾਂ ਸਬਜੈਕਟ ਆਪਣੇ ਉਹਨੂੰ ਅਸੀਂ ਚੁਣਨਾ ਹੈ, ਉਹ ਵੀ ਸਾਨੂੰ ਪਤਾ ਲੱਗੇਗਾ। ਹੁਣ ਅਗਲੀ ਐਕਸਰਸਾਈਜ਼ ਦੇਖੀਏ, ਐਕਸਰਸਾਈਜ਼ ਚੇਂਜ ਦੀ ਵੌਇਸ, ਉਹ ਸੇਮ ਹੈਗਾ। ਹੁਣ ਦੀ ਬॉयਜ਼ ਲਾਫਡ ਐਟ ਦੀ ਕਲਾਊਨ। ਹੁਣ ਇਹ ਵਾਲੀ ਜਿਹੜੀ ਐਕਸਰਸਾਈਜ਼ ਹੈ ਇਹਦੇ ਵਿੱਚ ਖਾਸ ਕਿਹੜੀ ਗੱਲ ਹੈ, ਇਹਦੇ ਵਿੱਚ ਕੀ ਪ੍ਰੈਪੋਜੀਸ਼ਨਲ ਵਰਬਸ, ਅਰਥਾਤ ਜਿਹੜੀ ਵਰਬਸ ਹੈਗੀਆਂ ਨੇ ਨਾ ਬੱਚੋ, ਵਰਬਸ ਉਹਦੇ ਨਾਲ ਐਟ, ਟੂ, ਫॉर, ਇਨਟੂ, ਇਦਾਂ ਦੇ, ਆਫਟਰ, ਇਦਾਂ ਦੇ ਪ੍ਰੈਪੋਜੀਸ਼ਨ ਲੱਗੇ ਹੋਏ ਨੇ। ਤੇ ਜਦੋਂ ਵਰਬ ਦੇ ਨਾਲ ਪ੍ਰੈਪੋਜੀਸ਼ਨ ਲੱਗਾ ਹੋਵੇ ਤੇ ਉਹਨੂੰ ਹਟਾਉਣਾ ਨਹੀਂ ਹੈਗਾ, ਉਹਨੂੰ ਨਾਲ ਜੋੜ ਕੇ ਰੱਖਣਾ ਹੈ, ਉਹਦੇ ਨਾਲ ਟਿਕਾ ਕੇ ਰੱਖਣਾ ਹੈ। ਐਕਟਿਵ ਟੂ ਪੈਸਿਵ ਚੇਂਜ ਕਰਦੇ ਹੋਏ ਤੇ ਪੈਸਿਵ ਟੂ ਐਕਟਿਵ ਚੇਂਜ ਕਰਦੇ ਹੋਏ ਖਿਆਲ ਰੱਖਣਾ ਹੈ। ਦੇਖੋ ਦੀ ਬॉयਜ਼ ਹੈਗਾ ਸਬਜੈਕਟ, ਲਾਫਡ ਵਰਬ ਹੈਗੀ ਹੈ, ਐਟ ਪ੍ਰਪੋਜੀਸ਼ਨ ਹੈ ਪਰ ਲਾਫਡ ਐਟ ਇਕੱਠਾ ਰੱਖਣਾ ਹੈ। ਠੀਕ ਹੈ। ਦੀ ਕਲਾਊਨ ਹੈਗਾ ਆਬਜੈਕਟ ਤੇ ਕੀ ਬਣ ਗਿਆ? ਦੀ ਕਲਾਊਨ, ਕਿਉਂਕਿ ਲਾਫਡ ਹੈਗਾ ਪਾਸਟ ਟੈਂਸ ਹੈ, ਵਾਜ਼ ਲਾਫਡ ਐਟ ਬਾਈ ਦੀ ਬॉयਜ਼, ਇਦਾਂ ਕਰਨਾ। ਠੀਕ ਹੈ। ਆਈ ਲੁਕਡ, ਆਈ ਸਬਜੈਕਟ ਹੋ ਗਿਆ, ਲੁਕਡ ਫॉर ਵਰਬ ਹੋ ਗਿਆ, ਪ੍ਰੈਪੋਜੀਸ਼ਨਲ ਵਰਬ, ਫॉर ਲੁਕ ਦੇ ਨਾਲ ਜੁੜਿਆ ਹੋਇਆ ਹੈ। ਮਾਈ ਬੁੱਕ, ਮੇਰੀ ਕਿਤਾਬ, ਇਹ ਹੋ ਗਿਆ ਆਬਜੈਕਟ ਤੇ ਐਵਰੀਵੇਅਰ ਹੋ ਗਈ ਐਡਵਰਬ। ਠੀਕ ਹੈ। ਸੋ ਐਡਵਰਬ ਨੂੰ ਅਲੱਗ ਰੱਖੋ, ਕੋਈ ਗੱਲ ਨਹੀਂ, ਉਹ ਕਿਤੇ ਵੀ ਟਿਕਾਈ ਜਾ ਸਕਦੀ ਹੈ। ਹੁਣ ਕੀ ਹੋ ਜਾਏਗਾ? ਮਾਈ ਬੁੱਕ, ਲੁਕਡ ਹੈਗਾ ਪਾਸਟ ਟੈਂਸ ਹੈਗਾ, ਸੋ ਵਾਜ਼, ਲੁਕਡ ਫॉर ਨਾਲ ਜੋੜ ਕੇ ਰੱਖਣਾ, ਲੁਕਡ ਫॉर ਐਵਰੀਵੇਅਰ ਬਾय ਮੀ, ਮੇਰੇ ਦੁਆਰਾ ਹਰ ਪਾਸੇ ਮੇਰੀ ਕਿਤਾਬ ਲੱਭੀ ਗਈ। ਆ ਕਾਰ ਰੈਨ ਓਵਰ ਚੜ ਗਈ, ਰਨ ਓਵਰ ਹੁੰਦਾ ਕਿਸੇ ਚੀਜ਼ ਦੇ ਉੱਤੇ ਚੜ ਜਾਣਾ, ਮਤਲਬ ਕਾਰ ਨਿਆਣੇ ਉੱਤੇ ਚੜ ਗਈ। ਆ ਕਾਰ ਰੈਨ ਓਵਰ ਦੀ ਚਾਈਲਡ। ਠੀਕ ਹੈ। ਸੋ ਰੈਨ ਸੈਕਿੰਡ ਫਾਰਮ ਹੈਗੀ ਹੈ, ਰੈਨ ਓਵਰ ਪ੍ਰੈਪੋਜੀਸ਼ਨਲ ਵਰਬ ਹੈਗੀ ਹੈ, ਦੀ ਚਾਈਲਡ ਆਬਜੈਕਟ ਹੈਗਾ, ਦੀ ਚਾਈਲਡ ਵਾਸ ਰਨ, ਰੈਨ ਰਨ, ਰੈਨ ਰਨ, ਰਨ ਫਸਟ ਫਾਰਮ ਹੈ, ਰੈਨ ਸੈਕਿੰਡ ਫਾਰਮ ਹੈ ਤੇ ਰਨ ਦੁਬਾਰਾ ਸੇਮ ਰਨ ਥਰਡ ਫਾਰਮ ਹੈ। ਸੋ ਦੀ ਚਾਈਲਡ ਵਾਸ ਰਨ ਓਵਰ ਬਾय ਆ ਕਾਰ। ਹੀ ਪਲੇਡ ਅਪੋਨ ਯੂਰ ਵੀਕਨੈਸ, ਵੀਕਨੈਸ ਹੁੰਦੀ ਕਮਜ਼ੋਰੀ। ਠੀਕ ਹੈ। ਪਲੇਡ ਅਪੋਨ ਵੀ ਉਹਦਾ ਉਹਨੇ ਫਾਇਦਾ ਉਠਾਇਆ, ਉਹਦੇ ਨਾਲ ਖੇਡਿਆ, ਅਰਥਾਤ ਉਹਦੇ ਨਾਲ ਉਹਨੇ
ਉਹਦਾ ਉਹਨੇ ਵਾਲੀ ਨਜਾਇਜ਼ ਫਾਇਦਾ ਉਠਾਇਆ। ਹੀ ਪਲੇਡ ਅਪਨ ਯੂਰ ਵੀਕਨੈਸ, ਉਹਨੇ ਤੇਰੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਚੱਕਿਆ। ਸੋ ਯੂਰ ਵੀਕਨੈਸ ਕੀ ਹੈ? ਆਬਜੈਕਟ ਹੈਗਾ, ਤੇ ਪਲੇਡ ਅਪਨ ਕੀ ਹੈ? ਪ੍ਰੈਪੋਜੀਸ਼ਨਲ ਵਰਬ ਹੈਗੀ ਹੈ। ਹੀ ਸਬਜੈਕਟ ਹੈਗਾ। ਸੋ ਯੂਰ ਵੀਕਨੈਸ, ਕਿਉਂਕਿ ਪਲੇਡ ਪਾਸਟ ਟੈਂਸ ਹੈ, ਵਾਜ਼ ਪਲੇਡ ਅਪਨ, ਪਲੇਡ ਅਪਨ ਇਕੱਠਾ ਰੱਖਣਾ ਹੈ, ਵਾਜ਼ ਪਲੇਡ ਅਪਨ ਬਾय ਹੀ ਦਾ ਬਣ ਗਿਆ ਹਿਮ। ਠੀਕ ਹੈ, ਅੱਗੇ ਚਲੀਏ। ਸ਼ੀ ਆਬਜੈਕਟਸ ਟੂ, ਇਹ ਪ੍ਰੈਜ਼ੈਂਟ ਟੈਂਸ ਹੈਗਾ, ਸੋ ਇਹਦੇ ਵਿੱਚ ਇਜ਼ ਐਮ ਆਰ ਆਏਗਾ, ਜਿਹੜੇ ਅਸੀਂ ਇਹਨੂੰ ਪੈਸਿਵ ਵਿੱਚ ਚੇਂਜ ਕਰਾਂਗੇ। ਆਬਜੈਕਟ ਟੂ ਕੀ ਹੁੰਦਾ ਬੱਚਿਓ? ਆਬਜੈਕਟ ਟੂ ਹੁੰਦਾ ਇਤਰਾਜ਼ ਕਰਨਾ, ਇਤਰਾਜ਼ ਜ਼ਾਹਿਰ ਕਰਨਾ। ਟੂ देयर ਪ੍ਰਪੋਜ਼ਲ, देयर ਮੈਨੇ ਉਹਨਾਂ ਦਾ, ਪ੍ਰਪੋਜ਼ਲ ਮੈਨੇ ਸੁਝਾਅ, ਉਹ ਉਹਨਾਂ ਦੇ ਸੁਝਾਅ ਤੇ ਇਤਰਾਜ਼ ਕਰਦੀ ਹੈ। ਤੇ ਇਹਦਾ ਮਤਲਬ ਕੀ ਹੈ? ਹੁਣ ਦੇਖੋ ਕਿੱਦਾਂ ਕਰਾਂਗੇ। देयर ਪ੍ਰਪੋਜ਼ਲ, ਇਹ ਆਬਜੈਕਟ ਹੈਗਾ, देयर ਪ੍ਰਪੋਜ਼ਲ ਇਹ ਇੱਕ ਵਚਨ ਹੈ, ਸੋ ਇਸ ਕਰਕੇ ਆ ਗਿਆ ਇਜ਼, ਕਿਉਂਕਿ ਇਹ ਪ੍ਰੈਜ਼ੈਂਟ ਟੈਂਸ ਹੈ। ਆਬਜੈਕਟਸ ਇਜ਼ ਆਬਜੈਕਟਿਡ ਟੂ, ਆਬਜੈਕਟ ਟੂ ਹੈਗਾ, ਆਬਜੈਕਟਿਡ ਟੂ ਇਕੱਠਾ ਰਹੇਗਾ, ਬਾਏ ਸ਼ੀ ਦਾ ਬਣ ਗਿਆ ਹਰ। ਅੱਗੇ ਚਲੀਏ। ਵੀ ਸ਼ੈਲ ਲੁੱਕ ਇਨਟੂ ਦੀ ਮੈਟਰ, ਹੁਣ ਇਹ ਆ ਗਿਆ ਫਿਊਚਰ ਟੈਂਸ, ਕਿਉਂਕਿ ਸ਼ੈਲ ਹੈਗਾ ਨਾ, ਫਿਊਚਰ ਟੈਂਸ। ਸੋ ਅੱਗੇ ਇਹਦੇ ਵਿੱਚ ਆਏਗਾ ਸ਼ੈਲ ਬੀ ਜਾਂ ਵਿਲ ਬੀ। ਠੀਕ ਹੈ, ਹੁਣ ਲੁੱਕ ਇਨਟੂ ਦਾ ਮੈਟਰ ਕੀ ਹੁੰਦਾ? ਲੁੱਕ ਇਨਟੂ ਹੁੰਦਾ ਹੈ ਇਨਵੈਸਟੀਗੇਸ਼ਨ ਕਰਨਾ, ਪੜਤਾਲ ਕਰਨੀ, ਘੋਖ ਕਰਨੀ। ਠੀਕ ਹੈ, ਦੀ ਮੈਟਰ ਮਸਲਾ, ਵੀ ਸ਼ੈਲ ਲੁੱਕ ਇਨਟੂ ਦੀ ਮੈਟਰ, ਅਸੀਂ ਇਸ ਮਸਲੇ ਦੀ ਤਹਿਕੀਕਾਤ ਕਰਾਂਗੇ, ਅਸੀਂ ਇਸ ਮਸਲੇ ਦੀ ਪੜਚੋਲ ਕਰਾਂਗੇ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੋਇਆ? ਦੀ ਮੈਟਰ ਹੋ ਗਿਆ ਆਬਜੈਕਟ, ਦੀ ਮੈਟਰ ਸ਼ੈਲ ਦਾ ਬਣ ਜਾਏਗਾ ਵਿਲ, ਕਿਉਂਕਿ ਮੈਟਰ ਦੀ ਮੈਟਰ ਦੇ ਨਾਲ ਤੇ ਸ਼ੈਲ ਨਹੀਂ ਆਏਗਾ, ਸ਼ੈਲ ਜਿਹੜਾ ਹੈ ਆਈ ਔਰ ਵੀ ਦੇ ਨਾਲ ਆਉਂਦਾ ਹੈ। ਠੀਕ ਹੈ, ਦੀ ਮੈਟਰ ਵਿਲ ਬੀ ਲੁਕਡ ਇਨਟੂ ਬਾय ਲੱਗ ਗਿਆ ਤੇ ਵੀ ਦਾ ਆ ਗਿਆ ਅਸ। ਅੱਗੇ ਚਲੀਏ। ਇਜ਼ ਦੀ ਪੇਸ਼ੈਂਟ ਬੀਇੰਗ ਲੁਕਡ ਆਫਟਰ ਬਾय ਦੀ ਨਰਸ, ਹੁਣ ਇਜ਼ ਦੀ ਪੇਸ਼ੈਂਟ ਬੀਇੰਗ ਲੁਕਡ ਆਫਟਰ, ਤੇ ਇਹ ਪੈਸਿਵ ਵੌਇਸ ਹੈਗੀ ਹੈ, ਅਸੀਂ ਉਹਨੂੰ ਐਕਟਿਵ ਵੌਇਸ ਵਿੱਚ ਕਰਾਂਗੇ। ਜਿਹੜੇ ਐਕਟਿਵ ਵੌਇਸ ਵਿੱਚ ਕਰਾਂਗੇ ਤੇ ਬੀਇੰਗ ਕਰਕੇ, ਬੀਇੰਗ ਤੇ ਉੜ ਜਾਏਗਾ ਤੇ ਲੁਕਡ ਦਾ ਬਣ ਜਾਏਗਾ ਲੁਕਿੰਗ। ਠੀਕ ਹੈ ਨਾ, ਕਿਉਂਕਿ ਜਿੱਥੇ ਆਈਐਨਜੀ ਹੁੰਦਾ ਉੱਥੇ ਬੀਇੰਗ ਲੰਘਦਾ, ਤੇ ਜਿੱਥੇ ਬੀਇੰਗ ਹੈ ਤੇ ਜਦੋਂ ਪੁੱਠਾ ਕਰਾਂਗੇ ਤੇ ਫਸਟ ਫਾਰਮ ਲੁਕ ਦੀ ਹੁੰਦੀ ਹੈ ਲੁਕ, ਤੇ ਉਹਦੇ ਅੱਗੇ ਆਈਐਨਜੀ ਲੱਗ ਜਾਏਗਾ। ਤੇ ਲੁਕ ਆਫਟਰ ਕੀ ਹੁੰਦਾ? ਲੁਕ ਆਫਟਰ ਹੁੰਦਾ ਦੇਖ ਰੇਖ ਕਰਨੀ, ਸੇਵਾ ਸੰਭਾਲ ਕਰਨੀ। ਤੇ ਕਹਿੰਦੇ ਇਜ਼ ਦੀ ਪੇਸ਼ੈਂਟ ਬੀਇੰਗ ਲੁਕਡ ਆਫਟਰ ਬਾय ਦੀ ਨਰਸ, ਕੀ ਮਰੀਜ਼ ਦੀ ਦੇਖਭਾਲ ਨਰਸ ਦੁਆਰਾ ਕੀਤੀ ਜਾ ਰਹੀ ਹੈ, ਹੈਗਾ ਪੈਸਿਵ ਵੌਇਸ। ਹੁਣ ਕਰਾਂਗੇ, ਕਿਉਂਕਿ ਕੁਐਸਚਨ ਹੈਗਾ, ਸੋ ਇਜ਼ ਦਾ ਇਜ਼ ਰਹੇਗਾ ਇੱਥੇ ਹੀ। ਤੇ ਦੀ ਨਰਸ ਕੀ ਹੈਗੀ ਹੈ? ਵੈਸੇ ਤੇ ਸਬਜੈਕਟ ਹੈ, ਪਰ ਇਹਦੀ ਥਾਂ ਤੇ ਹੁਣ ਇੱਥੇ ਆ ਜਾਏਗਾ, ਕਿਉਂਕਿ ਆਬਜੈਕਟ ਦੀ ਥਾਂ ਤੇ ਲੱਗੀ ਹੋਈ ਹੈ ਦੀ ਨਰਸ। ਇੱਥੇ ਦੀ ਨਰਸ ਲੁਕਡ ਆਫਟਰ ਦਾ ਬਣ ਜਾਏਗਾ ਲੁਕਿੰਗ ਆਫਟਰ, ਕਿਉਂਕਿ ਬੀਇੰਗ ਹੈਗਾ ਲੁਕਿੰਗ ਆਫਟਰ ਦੀ ਪੇਸ਼ੈਂਟ, ਕੀ ਨਰਸ ਮਰੀਜ਼ ਦੀ ਦੇਖਭਾਲ ਕਰ ਰਹੀ ਹੈ। ਅੱਗੇ ਦੇਖੀਏ। ਡਿਡ ਦੀ ਪੀਪਲ ਚੀਅਰ ਹਿਮ ਅਪ, ਸ਼ਬਦ ਨਾਲ ਚੀਅਰ ਅਪ, ਚੀਅਰ ਅਪ ਹੁੰਦਾ ਹੱਲਾਸ਼ੇਰੀ ਦੇਣੀ, ਖੁਸ਼ ਕਰਨਾ, ਮਤਲਬ ਕਿ ਜੋਸ਼ ਵਿੱਚ ਲਿਆਣਾ, ਖੇੜੇ ਵਿੱਚ ਲਿਆਣਾ, ਖੁਸ਼ੀ ਵਿੱਚ ਲਿਆਣਾ, ਉਦਾਸ ਬੰਦੇ ਨੂੰ ਖੁਸ਼ ਕਰਨਾ, ਚੀਅਰ, ਸ਼ਾਬਾਸ਼ ਸ਼ਾਬਾਸ਼, ਹੱਲਾਸ਼ੇਰੀ ਦੇਣੀ ਹੈ ਨਾ, ਉਹਨੂੰ ਕਹਿੰਦੇ ਚੀਅਰਿੰਗ ਅਪ। ਸੋ ਚੀਅਰ ਹਿਮ ਅਪ, ਉਹਨੂੰ ਚੀਅਰ ਕੀਤਾ। ਡਿਡ ਦਾ ਪੀਪਲ ਚੀਅਰ ਹਿਮ ਅਪ, ਕੀ ਲੋਕਾਂ ਨੇ ਉਹਨੂੰ, ਉਹਦੀ ਵਾਹਵਾ ਕੀਤੀ, ਉਹਨੂੰ ਮਤਲਬ ਕਿ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਸੋ ਕਿਉਂਕਿ ਡਿਡ ਹੈਗਾ, ਸੋ ਆਏਗਾ ਕੁਐਸਚਨ ਚ ਵਾਜ਼ ਆਏਗਾ, ਵਾਜ਼, ਕਿਉਂਕਿ ਪਾਸਟ ਟੈਂਸ ਹੈਗਾ। ਵਾਜ਼ ਹੀ ਚੀਅਰਡ ਅਪ, ਚੀਅਰ ਦਾ ਬਣ ਜਾਏਗਾ, ਚੀਅਰ ਅਪ ਦਾ ਬਣ ਚੀਅਰਡ ਅਪ ਬਾय ਦੀ ਪੀਪਲ, ਵਾਜ਼ ਹੀ ਚੀਅਰਡ ਅਪ ਬਾय ਦੀ ਪੀਪਲ। ਸ਼ੀ ਹੈਜ਼ ਨਾਟ ਆਸਕਡ ਫॉर, ਆਸਕ ਫॉर ਹੁੰਦਾ ਮੰਗ ਰੱਖਣੀ। ਠੀਕ ਹੈ, ਅ ਨਿਊ ਸਰਵੈਂਟ, ਉਹਨੇ ਨਵੇਂ ਨੌਕਰ ਦੀ ਮੰਗ ਨਹੀਂ ਰੱਖੀ ਹੈ। ਹੁਣ ਹੈਜ਼ ਨਾਟ ਆਸਕਡ ਫॉर, ਇਹ ਪੂਰੀ ਵਰਬ ਹੈਗੀ ਹੈ। ਹੈਜ਼ ਹੈਗਾ ਪ੍ਰੈਜ਼ੈਂਟ ਪਰਫੈਕਟ ਟੈਂਸ, ਨਾਟ ਹੈਗਾ ਨੈਗੇਟਿਵ, ਆਸਕ ਫॉर ਹੈਗਾ ਪ੍ਰੈਪੋਜੀਸ਼ਨਲ ਵਰਬ, ਆ ਨਿਊ ਸਰਵੈਂਟ ਹੈਗਾ ਆਬਜੈਕਟ, ਤੇ ਸ਼ੀ ਹੈਗਾ ਸਬਜੈਕਟ। ਬੜਾ ਸੌਖਾ ਹੈ। ਸੋ ਆ ਨਿਊ ਸਰਵੈਂਟ, ਆ ਨਿਊ ਸਰਵੈਂਟ। ਹੈਜ਼ ਨਾਟ ਆਸਕ ਦਾ ਬਣ ਜਾਏਗਾ ਹੈਜ਼ ਨਾਟ ਬੀਨ ਆਸਕ। ਫॉर ਜੁੜਿਆ ਹੋਇਆ ਇਹਦੇ ਨਾਲ, ਤੇ ਫॉर ਨਾਲ ਜੋੜ ਕੇ ਰੱਖਣਾ ਹੈ, ਬਾय ਹਰ, ਸ਼ੀ ਦਾ ਬਣ ਗਿਆ ਹਰ, ਬਾय ਹਰ, ਬਸ ਇਦਾਂ, ਬੜਾ ਸੌਖਾ ਹੈ। ਆਈ ਹੈਵ ਨਾਟ ਸੈਂਟ ਫॉर ਦੀ ਡਾਕਟਰ, ਸੈਂਟ ਫॉर ਹੁੰਦਾ ਭੇਜਣਾ, ਭਿਜਵਾਣਾ, ਮੈਂ ਡਾਕਟਰ ਨੂੰ ਨਹੀਂ ਭਿਜਵਾਇਆ, ਅਰਥਾਤ ਮੈਂ ਡਾਕਟਰ ਨੂੰ ਨਹੀਂ ਸੱਦਿਆ, ਮੈਂ ਡਾਕਟਰ ਨੂੰ ਸੱਦਣ ਲਈ ਨਹੀਂ ਕਿਹਾ। ਸੋ ਆਈ ਹੈਵ ਨਾਟ, ਹੁਣ ਕੀ ਹੈਗਾ? ਪ੍ਰੈਜ਼ੈਂਟ ਪਰਫੈਕਟ ਟੈਂਸ ਹੈਗਾ, ਨੈਗੇਟਿਵ ਹੈਗਾ। ਠੀਕ ਹੈ, ਤੇ ਐਕਟਿਵ ਵੌਇਸ ਹੈਗੀ ਹੈ, ਤੇ ਜਿਹੜੇ ਪੈਸਿਵ ਵੌਇਸ ਕਰਾਂਗੇ ਤੇ ਕੀ ਹੋ ਜਾਏਗਾ? ਹੈਵ ਜਾਂ ਹੈਜ਼ ਆਏਗਾ ਤੇ ਨਾਲ ਬੀਨ ਲੱਗ ਜਾਏਗਾ। ਤੇ ਆਈ ਹੈਗਾ ਸਬਜੈਕਟ, ਹੈਵ ਨਾਟ ਸੈਂਟ ਫॉर, ਹੈਵ ਨਾਟ ਸੈਂਟ ਪੂਰਾ ਕੀ ਹੈਗਾ? ਇਹ ਵਰਬ ਹੈਗੀ ਹੈ। ਹੈਵ ਪ੍ਰੈਜ਼ੈਂਟ ਪਰਫੈਕਟ ਹੈਗਾ, ਨਾਟ ਨੈਗੇਟਿਵ ਹੈਗਾ, ਸੈਂਟ ਵਰਬ ਹੈਗੀ ਹੈ, ਤੇ ਫॉर ਪ੍ਰੈਪੋਜੀਸ਼ਨ ਹੈ, ਤੇ ਸੈਂਟ ਫॉर ਬਣ ਗਿਆ ਪ੍ਰੈਪੋਜੀਸ਼ਨਲ ਵਰਬ।
ਤੇ ਦੀ ਡਾਕਟਰ ਹੈਗਾ ਆਬਜੈਕਟ। ਸੋ ਦੀ ਡਾਕਟਰ ਨੂੰ ਚੱਕਿਆ ਇੱਥੇ ਸਟਾਰਟਿੰਗ ਤੇ ਲੈਣਾ ਦੀ ਡਾਕਟਰ, ਕਿਉਂਕਿ ਡਾਕਟਰ ਹੁਣ ਸਿੰਗੂਲਰ ਹੈਗਾ। ਆਈ ਦੇ ਨਾਲ ਹੈ ਬੰਦਾ, ਵੀ ਦੇ ਨਾਲ ਹੈ ਬੰਦਾ, ਯੂ ਦੇ ਨਾਲ ਹੈ ਬੰਦਾ, ਹੀ ਸ਼ੀ ਇਟ, ਜਾਂ ਸਿੰਗੂਲਰ ਕੋਈ ਨਾਊਨ ਹੋਵੇ ਉਹਦੇ ਨਾਲ, ਇਹ ਆਪਣਾ ਕਾਮਨ ਨਾਊਨ ਹੋਵੇ ਜਾਂ ਪ੍ਰੋਪਰ ਨਾਊਨ ਹੋਵੇ ਉਹਦੇ ਨਾਲ ਹੈਜ਼ ਆਉਂਦਾ। ਸੋ ਦੀ ਡਾਕਟਰ ਹੈਜ਼ ਨਾਟ ਬੀਨ ਸੈਂਟ, ਨਾਟ ਬੀਨ ਸੈਂਟ ਤੇ ਫॉर ਦੇ ਨਾਲ ਲੱਗਾ ਪ੍ਰੈਪੋਜੀਸ਼ਨ ਹੈ, ਫॉर ਲੱਗ ਗਿਆ, ਬਾਏ ਆਈ ਦਾ ਬਣ ਗਿਆ ਮੀ। ਦੀ ਡਾਕਟਰ ਹੈਜ਼ ਨਾਟ ਬੀਨ ਸੈਂਟ ਫॉर ਬਾਏ ਮੀ। ਸੋ ਬੱਚੇ ਇਹ ਵੀ ਬੜਾ ਮਹੱਤਵਪੂਰਨ ਸੀ, ਬੜਾ ਇੰਪੋਰਟੈਂਟ ਸੀ। ਪਹਿਲੇ ਵਿੱਚ ਸੀਗਾ ਸਬਜੈਕਟ ਨਾਟ ਨੋਨ, ਸਬਜੈਕਟ ਆਪਣੇ ਵੱਲੋਂ ਲਗਾਉਣਾ ਹੈ। ਤੇ ਸੈਕਿੰਡ ਜਿਹੜੀ ਐਕਸਰਸਾਈਜ਼ ਇਹ ਵਾਲੀ ਕੀਤੀ ਹੈ, ਇਹ ਸੀਗੀ ਵਰਬ ਦੇ ਨਾਲ ਪ੍ਰੈਪੋਜੀਸ਼ਨ ਜੁੜੇ ਹੋਏ ਨੇ। ਸੋ ਪ੍ਰੈਪੋਜੀਸ਼ਨ ਨੂੰ ਨਾਲ ਜੋੜ ਕੇ ਰੱਖਣਾ ਹੈ, that becomes a phrase, it gives a special meaning to the verb। ਠੀਕ ਹੈ, ਇਹਨਾਂ ਵਰਬ ਦਾ ਉਹ ਓਰੀਜਨਲ ਮੀਨਿੰਗ ਨਹੀਂ ਰਹਿ ਜਾਂਦਾ, ਪਰ ਪ੍ਰੈਪੋਜੀਸ਼ਨ ਲੱਗਣ ਦੇ ਨਾਲ ਉਹਦੀ ਕੋਈ ਰਿਲੇਸ਼ਨਸ਼ਿਪ ਉਸ ਨਾਊਨ ਦੇ ਨਾਲ ਬਣ ਜਾਂਦੀ ਹੈ ਤੇ ਮਤਲਬ ਥੋੜਾ ਵੱਖਰਾ ਹੋ ਜਾਂਦਾ ਹੈ। ਠੀਕ ਹੈ ਬੱਚਿਓ, ਸੋ ਐਸੀ ਪਿਆਰੇ ਵਿਦਿਆਰਥੀ ਤੁਹਾਡੀਆਂ ਦੋ ਐਕਸਰਸਾਈਜ਼ਿਸ, ਹਾਲੇ ਹੋਰ ਵੀ ਇਹਦੇ 3-4 ਵੀਡੀਓ ਐਕਟਿਵ ਪੈਸਿਵ ਵੌਇਸ ਦੇ ਬਣਨਗੇ, ਕਿਉਂਕਿ ਹਾਲੇ ਹੋਰ ਵੀ ਐਕਸਰਸਾਈਜ਼ਿਸ ਇਸ ਚੈਪਟਰ ਦੀਆਂ ਹੈਗੀਆਂ। ਸੋ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।